हंसते हंसते कट जाए रस्ते, जिंदगी यूं ही चलती रहे। ਇਹ ਇੱਕ ਹਿੰਦੀ ਫਿਲਮ ਦਾ ਬੜਾ ਹੀ ਮਸ਼ਹੂਰ ਗੀਤ ਹੈ ਜੋ ਕਿ ਅੱਜ ਦੇ ਹਾਲਾਤਾਂ 'ਤੇ ਬਿਲਕੁਲ ਢੁੱਕਦਾ ਹੈ। ਇਹ ਸੱਚ ਵੀ ਹੈ ਕਿਉਂਕਿ ਜਦੋਂ ਅਸੀਂ ਕੋਈ ਮੁਸ਼ਕਿਲ ਕੰਮ ਹੱਸ ਕੇ ਕਰਦੇ ਹਾਂ ਤਾਂ ਉਹ ਬੜਾ ਆਸਾਨ ਲੱਗਣ ਲੱਗ ਜਾਂਦਾ ਹੈ ਅਤੇ ਬਹੁਤ ਥੋੜ੍ਹੇ ਸਮੇਂ ਵਿੱਚ ਹੋਇਆ ਜਾਪਦਾ ਹੈ। ਪਰ ਜੇਕਰ ਉਹੀ ਕੰਮ ਅਸੀਂ ਬੁਝੇ ਹੋਏ ਮਨ ਨਾਲ ਕਰਦੇ ਹਾਂ ਤਾਂ ਸਮਾਂ ਬਹੁਤ ਲੰਬਾ ਅਤੇ ਕੰਮ ਹੋਰ ਵੀ ਮੁਸ਼ਕਿਲ ਜਾਪਦਾ ਹੈ। ਜਿਵੇਂ ਆਮ ਹੀ ਕਹਿੰਦੇ ਹਨ ਕਿ ਖੁਸ਼ੀਆਂ ਦਾ ਦਿਨ ਬੜਾ ਜਲਦੀ ਗੁਜ਼ਰ ਜਾਂਦਾ ਹੈ ਅਤੇ ਦੁੱਖਾਂ ਦੀ ਰਾਤ ਬੜੀ ਲੰਬੀ ਲੰਘਦੀ ਹੈ। ਬਿਲਕੁਲ ਇਸੇ ਤਰ੍ਹਾਂ ਹੁਣ ਵੀ ਇੱਕ ਮੁਸ਼ਕਿਲ ਸਮਾਂ ਚੱਲ ਰਿਹਾ ਹੈ। ਇਸ ਸਮੇਂ ਨੂੰ ਜੇਕਰ ਅਸੀਂ ਆਪਣੇ ਪਰਿਵਾਰ ਨਾਲ ਹੱਸਦੇ ਖੇਡਦੇ ਹੋਏ ਲੰਘਾਵਾਂਗੇ ਤਾਂ ਇਹ ਸਮਾਂ ਵੀ ਬਹੁਤ ਆਰਾਮ ਨਾਲ ਗੁਜ਼ਰ ਜਾਵੇਗਾ। ਇਸ ਟਾਈਮ 'ਤੇ ਅਕਬਰ ਬੀਰਬਲ ਦੀ ਇੱਕ ਕਹਾਣੀ ਵੀ ਯਾਦ ਆ ਰਹੀ ਹੈ। ਇੱਕ ਦਿਨ ਅਕਬਰ ਨੇ ਬੀਰਬਲ ਨੂੰ ਕਿਹਾ ਕਿ ਬੀਰਬਲ ਕੋਈ ਇਹੋ ਜਿਹੀ ਗੱਲ ਕਹੋ ਜੋ ਦੁੱਖ ਵਿੱਚ ਵੀ ਕੰਮ ਆਵੇ ਅਤੇ ਸੁੱਖ ਵਿੱਚ ਵੀ ਕੰਮ ਆਵੇ। ਬੀਰਬਲ ਨੇ ਅਕਬਰ ਦੇ ਸਵਾਲ ਦਾ ਜਵਾਬ ਦਿੰਦੇ ਹੋਏ ਕਿਹਾ, ਮਹਾਰਾਜ ਇਹ ਸਮਾਂ ਵੀ ਲੰਘ ਜਾਵੇਗਾ। ਬੀਰਬਲ ਦੀ ਇਸ ਗੱਲ ਦਾ ਬੜਾ ਡੂੰਘਾ ਮਤਲਬ ਸੀ। ਸੋ ਆਓ ਆਪਾਂ ਸਾਰੇ ਇਸ ਸਮੇਂ ਨੂੰ ਆਪਟੀਮਿਸਟਿਕ ਤਰੀਕੇ ਨਾਲ ਲੰਘਾਈਏ। ਇਸ ਦੌਰ ਨੂੰ ਲੈ ਕੇ ਡਾਕਟਰ ਹੋਮਜ਼ ਅਕੈਡਮੀ ਦੇ ਵੱਖ-ਵੱਖ ਵਿਸ਼ਿਆਂ ਦੇ ਅਧਿਆਪਕ ਸਾਹਿਬਾਨਾਂ ਨੇ ਆਪਣੇ ਜੋ ਵਿਚਾਰ ਪੇਸ਼ ਕੀਤੇ, ਆਓ ਸੁਣਦੇ ਹਾਂ। ਕੋਵਿਡ-19 ਜਿਸ ਨੇ ਸਾਨੂੰ ਜ਼ਿੰਦਗੀ ਨੂੰ ਇੱਕ ਵਾਰੀ ਦੁਬਾਰਾ ਸਮਝਣ ਅਤੇ ਉਸ ਨੂੰ ਨੇੜਿਓਂ ਵੇਖਣ ਦਾ ਇੱਕ ਮੌਕਾ ਦਿੱਤਾ ਹੈ। ਸਾਨੂੰ ਇਸ ਸਮੇਂ ਦੌਰਾਨ ਸਿਰਫ ਇਸ ਦੇ ਨਕਾਰਾਤਮਕ ਪੱਖ ਵੱਲ ਨਹੀਂ ਸਗੋਂ ਸਾਨੂੰ ਇਸ ਦੇ ਸਕਾਰਾਤਮਕ ਪੱਖ ਵੱਲ ਵੀ ਵੇਖਣ ਦੀ ਇੱਕ ਵਾਰੀ ਦੁਬਾਰਾ ਲੋੜ ਹੈ। ਜਿਵੇਂ ਕਿ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਇੰਨੇ ਜ਼ਿਆਦਾ ਉਲਝੇ ਹੋਏ ਸੀ ਕਿ ਸਾਨੂੰ ਆਪਣੇ ਪਰਿਵਾਰ ਵਾਸਤੇ ਬਿਲਕੁਲ ਟਾਈਮ ਹੀ ਨਹੀਂ ਸੀ। ਇੱਥੋਂ ਤੱਕ ਕਿ ਅਸੀਂ ਆਪਣੇ ਬੱਚਿਆਂ ਨੂੰ ਵੀ ਟਾਈਮ ਨਹੀਂ ਦੇ ਪਾ ਰਹੇ ਸੀ। ਤੁਸੀਂ ਵੇਖਿਆ ਹੋਏਗਾ ਕਿ ਬੱਚੇ ਆ ਜੋ ਇਹ ਸਕੂਲ ਜਾਂਦੇ ਫਿਰ ਘਰ ਆਉਂਦੇ ਪੜ੍ਹਾਈ ਵਿੱਚ ਹੀ ਇੰਨੇ ਉਲਝੇ ਹੋਏ ਸੀ ਕਿ ਆਪਣੇ ਪਰਿਵਾਰ ਦੇ ਆਪਣੇ ਦਾਦਾ ਦਾਦੀ ਕੋਲੇ ਜਾਂ ਨਾਨਾ ਨਾਨੀ ਕੋਲ ਬੈਠ ਕੇ ਕਦੇ ਉਹਨਾਂ ਨੇ ਗੱਲ ਹੀ ਨਹੀਂ ਕੀਤੀ ਹੋਣੀ। ਪਰ ਹੁਣ ਇੱਕ ਅਜਿਹਾ ਸਮਾਂ ਸਾਨੂੰ ਮਿਲਿਆ ਜਿਸ ਦੇ ਵਿੱਚ ਬੱਚੇ ਕੀ ਕਰ ਰਹੇ ਨੇ, ਆਪਣੇ ਦਾਦਾ ਦਾਦੀ ਆਪਣੇ ਨਾਨਾ ਨਾਨੀ ਨਾਲ ਬੈਠ ਕੇ ਉਹਨਾਂ ਤੋਂ ਕਹਾਣੀਆਂ ਸੁਣ ਰਹੇ ਨੇ। ਸਗੋਂ ਇੱਥੋਂ ਤੱਕ ਕਿ ਉਹ ਉਹਨਾਂ ਦੇ ਬਚਪਨ ਦੀਆਂ ਗੱਲਾਂ ਕਰਕੇ ਉਹਨਾਂ ਦਾ ਵੀ ਬਚਪਨ ਉਹਨਾਂ ਨੂੰ ਦੁਬਾਰਾ ਮੁੜ ਯਾਦ ਦਿਵਾ ਰਹੇ ਨੇ। ਅਤੇ ਦੇਖੋ ਜਦੋਂ ਬੱਚਿਆਂ ਨੂੰ ਛੁੱਟੀ ਹੁੰਦੀ ਸੀ ਬੱਚੇ ਕਿੱਥੇ ਜਾਂਦੇ ਸੀ, ਪਾਰਕ ਚਲੇ ਜਾਂਦੇ ਸੀ ਜਾਂ ਫਿਰ ਮੌਲ ਜਾਂਦੇ ਸੀ। ਪਰ ਹੁਣ ਉਹ ਘਰ ਬੈਠੇ ਨੇ, ਘਰ ਬੈਠ ਕੇ ਉਹ ਆਪਣੇ ਫੈਮਿਲੀ ਮੈਂਬਰਸ ਦੇ ਨਾਲ ਆਪਣੇ ਗ੍ਰੈਂਡ ਪੇਰੈਂਟਸ ਦੇ ਨਾਲ ਆਪਣਾ ਟਾਈਮ ਸਪੈਂਡ ਕਰ ਰਹੇ ਨੇ। ਇਹ ਇੱਕ ਅਜਿਹਾ ਸਮਾਂ ਜਿਸ ਨੇ ਸਾਨੂੰ ਦੁਬਾਰਾ ਆਪਸ ਵਿੱਚ ਜੋੜ ਦਿੱਤਾ ਹੈ। ਜਿਵੇਂ ਕਿ ਪਰਿਵਾਰ ਦੇ ਮੈਂਬਰਸ ਨੇ ਦੇਖੋ ਇਹ ਇੱਕ ਦੂਜੇ ਦੀ ਹੈਲਪ ਦੇ ਨਾਲ ਇੱਕ ਦੂਜੇ ਨੂੰ ਸਹਿਯੋਗ ਦੇ ਰਹੇ ਨੇ ਹਰ ਕੰਮ ਦੇ ਵਿੱਚ, ਚਾਹੇ ਕੋਈ ਉਹ ਬਜ਼ੁਰਗ ਹੋਵੇ, ਚਾਹੇ ਉਹ ਬੱਚੇ ਨੇ, ਚਾਹੇ ਉਹ ਕੋਈ ਜੈਂਟਸ ਹੈ ਜਾਂ ਲੇਡੀਜ਼ ਹੈ, ਸਾਰੇ ਇੱਕ ਦੂਜੇ ਦੀ ਘਰ ਵਿੱਚ ਹੈਲਪ ਕਰ ਰਹੇ ਨੇ। ਕੋਈ ਬਰਤਨ ਸਾਫ਼ ਕਰਵਾ ਰਿਹਾ, ਕੋਈ ਸਫਾਈ ਕਰਵਾ ਰਿਹਾ, ਕੋਈ ਪੜ੍ਹ ਰਿਹਾ, ਕੋਈ ਪੜ੍ਹਾ ਰਿਹਾ, ਕੋਈ ਐਕਟੀਵਿਟੀਜ਼ ਕਰ ਰਿਹਾ, ਕੋਈ ਐਕਸਰਸਾਈਜ਼ ਕਰ ਰਿਹਾ, ਕੋਈ ਆਪਣੀਆਂ ਪੁਰਾਣੀਆਂ ਐਲਬਮਸ ਨੂੰ ਵੇਖ ਰਿਹਾ, ਉਹ ਪੁਰਾਣੀਆਂ ਯਾਦਾਂ ਨੂੰ ਮੁੜ ਤੋਂ ਤਾਜ਼ਾ ਕਰ ਰਿਹਾ। ਇਸ ਕਰਕੇ ਅਸੀਂ ਕਹਿ ਸਕਦੇ ਹਾਂ ਕਿ ਸਿਰਫ ਸਾਨੂੰ ਨਕਾਰਾਤਮਕ ਪੱਖ ਨੂੰ ਨਕਾਰਦੇ ਹੋਏ ਸਗੋਂ ਸਾਨੂੰ ਇਸ ਦੇ ਸਕਾਰਾਤਮਕ ਪੱਖ ਵੱਲ ਵੀ ਦੇਖਣ ਦੀ ਇੱਕ ਵਾਰੀ ਮੁੜ ਲੋੜ ਹੈ। Hello everyone. Today we are here to talk about COVID-19's effect on our lives, and one quotation of William Shakespeare is floating in my mind that sweet are the joys of adversity. Means if we are facing some problems today, its result must be positive. No doubt we have lost so many precious lives that loss is irreparable. But the positive side of this pandemic is that we have started introspection ourselves. Why we are on this planet and what is our responsibility toward it. We are not permanent here. We received this earth from our ancestors and we have to give it to our successors. Clear? We are just tenant here, not permanent residents. Then why we are taking that toil that we had adopted before this pandemic? Why was that toil? Think about it. Due to a little pause in our lives, our earth and waters are crystal clean, as you know all. It was our responsibility to keep them clean, but nature has to force us to do it. Furthermore, we can say that we have changed the view that junk foods are not inseparable part of our life. Now we are living without junk foods also, as you all know that.
Now we are consuming homemade nutritious food that is very beneficial for our children, for ourselves also. That is the actual base of our life. In nutshell, I would like to suggest you to think positive. We will definitely win the battle of against this pandemic disease, and learn a lot. We will learn a lot new for this new start. Okay, and when a new start will be in our life, we will definitely get a very beneficial atmosphere, and that will very positive atmosphere in our lives. Okay, and you, ma'am? Yes, sir. I agree with both of you. I am also want to share my views. So, जैसा कि हमने देखा, ये जो सिचुएशन चल रही है बहुत ही गंभीर सिचुएशन है, लेकिन हम कुछ लोग इसको नकारात्मक वे में देख रहे हैं और कुछ इसको सकारात्मक वे में देख रहे हैं. तो हमें यहाँ पे ज़रूरत है कि हम हर एक सिचुएशन को अच्छी तरह से हैंडल कर पाएँ. हैंडल हम तब कर पाएंगे अगर हम उस मुसीबत का सामना आसानी से कर पाएंगे. तो मैं यहाँ पे यही कहना चाहूँगी कि आज का जो दौर चल रहा है, कोविड-19 इतनी बड़ी महामारी हमारे देश में फैली हुई है, तो मुझे नहीं लगता ये जो सिचुएशन आई है हमारे देश में, ये सिर्फ हमारे लिए कुछ बुराई ही लेके आई है. इससे हमने बहुत कुछ अच्छा भी सीखा है. जैसे एग्जांपल ले लीजिए, हमारी लाइफ की जो ज़रूरतें बहुत कम है, हमें भी पता है, लेकिन हमने अपनी इच्छाओं की वजह से ही इस चीज़ को बहुत ज़्यादा बढ़ा रखा है. अगर ये सिचुएशन ना होती तो हम शायद ये सीख ही ना पाते कि कम में गुजारा कैसे करना. आज जो भी हमारे पास घर पे है, हम देखते हैं हम उसी में गुजारा किया. हमने जो 3 महीने का लॉकडाउन रहा है, उसमें हमने ये सीखा है कि सिंपल लिविंग और हाई थिंकिंग को अपने लाइफ में कैसे हमने अडॉप्ट करना है. अगर हम बात करें उन दिनों की जब नॉर्मल सिचुएशन थी, जब हम कहते थे कि हमारे पास पैसा है और हम बाहर खर्च करने के लिए चले जाते थे, और मुझे ऐसा लगता है कि हम बहुत सारी ऐसी चीज़ें खरीद लेते थे जो शायद हमें अपनी ज़िंदगी में ज़रूरत ही नहीं होती थी, या फिर हम उसको ला के घर पे रख देते थे और कभी उसको यूज़ ही नहीं करते थे. सेकंड थिंग, आप ये देखिए कि हमने घर पर बहुत अच्छे अच्छे व्यंजन बनाने सीखे, हेल्दी फूड बनाना सीखा, है ना, जिससे कि हम ये कह सकते हैं कि हमने बाहर वाली चीज़ें नहीं खाई जो कि हमारे लिए अनहेल्दी भी थी. तो हम ये कह सकते हैं कि हमारी ज़रूरतें तो बहुत कम है, लेकिन हमने अपनी ही इच्छाओं की वजह से उस चीज़ को बहुत ज़्यादा बढ़ा रखा है. तो अगर हम घर से बाहर नहीं निकले तो इसमें क्या थी, हमारी सेफ्टी थी. हमने क्या किया, हमने उस समय को यूटिलाइज़ किया ताकि हम अपने आप को स्वस्थ रख सके, इतनी बड़ी महामारी से अपने बच्चों को बचा सके, खुद बच सकें. सो मैं तो यही कहना चाहूँगी कि इस सिचुएशन का हम सब ने डटकर मुकाबला करना है. हाँ, ਜ਼ਿੰਦਗੀ ਵਿੱਚ ਸਫਲਤਾ ਬਹੁਤ ਜ਼ਰੂਰੀ ਹੈ, ਪਰ ਇਹ ਸਫਲਤਾ ਸਾਨੂੰ ਕੁਦਰਤ ਨੂੰ ਨੁਕਸਾਨ ਪਹੁੰਚਾ ਕੇ ਹਾਸਲ ਨਹੀਂ ਕਰਨੀ ਚਾਹੀਦੀ. ਅਸੀਂ ਆਪਣਾ ਆਲਾ ਦੁਆਲਾ ਪ੍ਰਦੂਸ਼ਣ ਰਾਹੀਂ ਖਰਾਬ ਕਰ ਚੁੱਕੇ ਸੀ. ਇਸ ਸਮੇਂ ਨੇ ਸਾਨੂੰ ਕੁਦਰਤ ਨੂੰ ਸੰਭਾਲਣ ਦਾ ਇੱਕ ਹੋਰ ਮੌਕਾ ਦਿੱਤਾ ਹੈ. ਇਸ ਔਖੇ ਸਮੇਂ ਦਾ ਇੱਕ ਹਾਂ ਪੱਕੀ ਪੱਖ ਵੀ ਹੈ, ਕਿਉਂਕਿ ਸਾਨੂੰ ਦੁਬਾਰਾ ਇੰਨੇ ਸਾਫ਼ ਵਾਤਾਵਰਨ ਵਿੱਚ ਸਾਹ ਲੈਣ ਦਾ ਮੌਕਾ ਮਿਲਿਆ ਹੈ. ਪ੍ਰਦੂਸ਼ਣ ਦੇ ਵੱਧ ਜਾਣ ਕਾਰਨ ਅਸੀਂ ਇੰਨੇ ਸਾਫ਼ ਵਾਤਾਵਰਨ ਤੋਂ ਮਹਿਰੂਮ ਹੋ ਚੁੱਕੇ ਸੀ, ਪਰ ਇਸ ਦੇ ਨਾਲ ਨਾਲ ਹੀ ਸਾਨੂੰ ਬੇਸਹਾਰਾ ਜਾਨਵਰਾਂ ਅਤੇ ਪੰਛੀਆਂ ਦਾ ਵੀ ਸਹਾਰਾ ਬਣਨਾ ਚਾਹੀਦਾ ਹੈ. It's not the end, it's just beginning. Let's burn all the fears in the fires of positivity. Stay home, exercise precautions, and stay safe. Thank you.